ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇਨ ਫੋਕਸ ਦੇ ਅੱਜ ਦੇ ਐਪੀਸੋਡ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਖਾਸ ਪੇਸ਼ਕਸ਼ ਦੀ। ਬੀਤੇ ਸ਼ਨੀਵਾਰ ਪਾਰਲੀਮੈਂਟ ਹਿੱਲ ਉੱਤੇ ਚੱਲ ਰਹੇ ਸਿੱਖ ਸਮਾਗਮ ਦੇ 2 ਆਯੋਜਕਾਂ ਨੂੰ ਬੰਬ ਦੀ ਧਮਕੀ ਦੇ ਸੰਬੰਧ ਵਿੱਚ ਓਟਵਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਕੁਝ ਦੇਰ ਬਾਅਦ ਪੁਲਿਸ ਨੇ ਇਹਨਾਂ ਦੋਹਾਂ ਆਯੋਜਕਾਂ ਨੂੰ ਰਿਹਾ ਕੀਤਾ ਤੇ ਨਾਲ ਹੀ ਮੁਆਫੀ ਵੀ ਮੰਗੀ, ਪਰ ਕੁਝ ਸਿੱਖ ਆਗੂਆਂ ਵੱਲੋਂ ਇਸ ਮਾਮਲੇ ਦੀ ਡੂੰਘੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਬੀਤੇ ਦਿਨੀ ਓਟਵਾ ਪਾਰਲੀਮੈਂਟ ਹਿੱਲ ਉੱਤੇ 1984 ਦੇ ਸੰਬੰਧ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੈਲੀ ਕੱਢੀ ਜਾ ਰਹੀ ਸੀ, ਜਦ ਅਚਾਨਕ ਓਟਵਾ ਪੁਲਿਸ ਨੇ ਰੈਲੀ ਦੇ 2 ਆਯੋਜਕਾਂ ਮਨਵੀਰ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਇਲਾਕੇ ਦੇ ਵਿੱਚ ਬੰਬ ਦੀ ਧਮਕੀ ਦੇ ਸੰਬੰਧ ਵਿੱਚ ਗਲਤ ਪਛਾਣ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ। ਕੁਝ ਦੇਰ ਬਾਅਦ ਇਹਨਾਂ ਦੋਹਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਮੁਆਫੀ ਵੀ ਮੰਗੀ ਗਈ। ਸਿੱਖ ਕਮਿਊਨਿਟੀ ਆ ਹਮੇਸ਼ਾ ਹੀ ਹਰ ਇੱਕ ਦੀ ਹੈਲਪ ਲਈ ਖੜੀ ਹੈ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਸਿਖਾਇਆ ਕਿ ਚੰਗੇ ਜੀਵਨ ਜੀਓ ਤੇ ਹਰ ਇੱਕ ਬੰਦੇ ਦੀ ਹੈਲਪ ਕਰੋ, ਨਾ ਕਿ ਕ੍ਰਾਈਮ ਤੇ ਕੁਝ ਵੀ ਇਦਾਂ ਦਾ ਸਾਡੀ ਸੁਸਾਇਟੀ 'ਚ ਕੁਝ ਵੀ ਇਦਾਂ ਦਾ ਨਹੀਂ ਹੈਗਾ। ਪਰ ਜੇਕਰ ਕੋਈ ਕਿਹੋ ਜਿਹੀ ਕੋਈ ਪ੍ਰੋਬਲਮ ਵੀ ਕ੍ਰੀਏਟ ਕਰਦਾ ਕੋਈ ਬੰਦਾ, ਇੱਕ ਬੰਦਾ ਕਿ ਇਸ ਸੁਸਾਇਟੀ ਨੂੰ ਮਤਲਬ ਕਿ ਬਦਨਾਮ ਕਰ ਲਈ, ਪਰ ਉਹਦੀ ਚੰਗੀ ਤਰ੍ਹਾਂ ਡੀਪ 'ਚ ਜਾ ਕੇ ਇਹਦੇ ਨਾਲ ਸਾਡੀ ਕਮਿਊਨਿਟੀ ਨੂੰ, ਕਿਉਂਕਿ ਕੈਨੇਡਾ ਗਵਰਨਮੈਂਟ ਸਾਡੀ ਸਿੱਖ ਕਮਿਊਨਿਟੀ ਨੂੰ ਬਹੁਤ ਹੀ ਰਿਸਪੈਕਟਫੁਲੀ ਦੇਖ ਰਹੇ ਆ। ਸਾਨੂੰ ਇਸ ਤੋਂ ਲੱਗਦਾ ਕਿ ਜਿੱਦਾਂ ਕਿ ਸਾਡੀ ਜਿਹੜੀ ਕਮਿਊਨਿਟੀ ਆ ਉਹ ਬਹੁਤ ਪਿੱਛੇ ਚੱਲ ਜਾਏਗੀ, ਕਿ ਇਹਨੂੰ ਚੰਗੀ ਤਰ੍ਹਾਂ ਡੀਪ ਦੇ ਵਿੱਚ ਜਾ ਕੇ ਇਹਦੇ 'ਤੇ ਸਹੀ ਫੈਸਲਾ ਲਿਆ ਜਾਵੇ। ਜੇ ਗਲਤ ਹੈ ਤਾਂ ਗਲਤ, ਜੇ ਸਹੀ ਹੈ ਤਾਂ ਸਹੀ। ਅਸੀਂ ਨਹੀਂ ਚਾਹੁੰਦੇ ਕਿ ਇਹ ਗਲਤ ਹੈ ਜਾਂ ਸਹੀ ਹੈ, ਪਰ ਇਹਦੇ ਵਿੱਚ ਪੂਰੀ ਕਮਿਊਨਿਟੀ ਨੂੰ ਇਹਦਾ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਜੋ ਵੀ ਓਟਵਾ ਪਾਰਲੀਮੈਂਟ 'ਚ ਜੋ ਵੀ ਇੰਸੀਡੈਂਟ ਹੋਇਆ ਸਾਡੇ ਸਿੱਖ ਕਮਿਊਨਿਟੀ ਦੇ ਨੂੰ ਬਦਨਾਮ ਕਰਨ ਲਈ, ਉਹਦੇ ਲਈ ਮੈਂ ਗੌਰਮੈਂਟ ਨੂੰ ਕਹਿਣਾ ਚਾਹੁੰਦਾ ਵੀ ਇਹਨੂੰ ਬਹੁਤ ਹੀ ਡੀਪਲੀ ਤੋਂ ਇਹਦੀ ਜਾਂਚ ਕੀਤੀ ਜਾਵੇ, ਤਾਂ ਜੋ ਸਾਨੂੰ ਮਤਲਬ ਕਿ ਸਾਡਾ ਇਸ ਚੀਜ਼ ਦਾ ਇਨਸਾਫ ਮਿਲੇ। ਅਤੇ ਸਾਡੇ 'ਤੇ ਬਹੁਤ ਵਾਰ ਇੱਦਾਂ ਦੇ ਮਤਲਬ ਕਿ ਇੰਸੀਡੈਂਟ ਹੋਏ ਆ, ਜਾਂ 84 ਤੋਂ ਲੈ ਕੇ ਅੱਜ ਤੱਕ ਅਸੀਂ ਇਸ ਚੀਜ਼ ਨੂੰ ਭੁਗਤ ਰਹੇ ਹਾਂ। ਪਰ ਸਿੱਖ ਕਮਿਊਨਿਟੀ ਜਿਹੜੀ ਆ ਉਹ ਬਹੁਤ ਹੀ ਸਟਰੋਂਗ ਕਮਿਊਨਿਟੀ ਆ, ਅਤੇ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਉੱਤੇ ਕੋਈ ਇੱਦਾਂ ਦਾ ਮਤਲਬ ਕਿ ਕੋਈ ਵੀ ਦੂਸ਼ਣ ਲਾਇਆ ਜਾਵੇ ਜਾਂ ਸਾਨੂੰ ਬਦਨਾਮ ਕੀਤਾ ਜਾਵੇ। ਅਕਾਲ ਪੁਰਖ ਦੀ ਫੌਜ ਆ, ਅਤੇ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਕਰਦੇ ਮਤਲਬ ਇਹੋ ਹੀ ਰਿਕੁਐਸਟ ਕਰਦੇ ਹਾਂ ਵੀ ਇਹਦੀ ਬਹੁਤ ਡੂੰਘਾਈ ਤੋਂ ਜਾਂਚ ਹੋਵੇ, ਜਾਂ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲ ਸਕੇ ਵੀ ਅੱਗੇ ਤੋਂ ਕੋਈ ਸ਼ਰਾਰਤੀ ਆਨਸਰ ਦੁਬਾਰਾ ਇੱਦਾਂ ਦੀ ਕੋਈ ਹਰਕਤ ਨਾ ਕਰ ਸਕੇ। ਅਤੇ ਥੈਂਕ ਯੂ ਆ ਬਹੁਤ ਜ਼ਿਆਦਾ ਕੈਨੇਡਾ ਸਰਕਾਰ ਗੌਰਮੈਂਟ ਨੂੰ, ਜਿਹੜਾ ਸਿੱਖ ਕਮਿਊਨਿਟੀ ਨੂੰ ਸਾਨੂੰ ਮਾਨਤਾ ਵਧੀਆ ਅੱਵਲ ਦਰਜੇ ਦਿੱਤੀ ਹੋਈ ਆ। ਅਤੇ ਅਸੀਂ ਆਲ ਵਰਲਡ ਦੇ ਵਿੱਚ ਹੈਗੇ ਹਾਂ ਸਿੱਖ ਕਮਿਊਨਿਟੀ, ਅਤੇ ਅਸੀਂ ਫਖਰ ਨਾਲ ਜੀਂਦੇ ਹਾਂ। ਅਸੀਂ ਸਾਡੇ ਵਿੱਚ ਕੋਈ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹੋ ਜਿਹੀਆਂ ਕਿਰਪਾ ਬਖਸ਼ੀ ਆ ਵੀ ਅਸੀਂ ਕ੍ਰਾਈਮ ਨਹੀਂ ਕਰਦੇ। ਅਸੀਂ ਹਰ ਇੱਕ ਧਰਮ ਦੀ ਰਿਸਪੈਕਟ ਕਰਦੇ ਹਾਂ, ਔਰ ਸਾਰਿਆਂ ਦੀ ਹੈਲਪ ਕਰਨ ਲਈ 24 ਆਵਰ ਅਸੀਂ ਖੜ੍ਹੇ ਹਾਂ। ਅਤੇ ਮੈਂ ਸਾਰੇ ਹੀ ਜਿੰਨੀ ਸਿੱਖ ਜਥੇਬੰਦੀਆਂ ਅਤੇ ਸਾਰਿਆਂ ਦਾ ਧੰਨਵਾਦ ਕਰਦਾ, ਔਰ ਸਾਰਿਆਂ ਦੀ ਬਹੁਤ ਰਿਸਪੈਕਟ ਕਰਦਾ, ਸਾਰੇ ਧਰਮਾਂ ਦੀ ਬਹੁਤ ਰਿਸਪੈਕਟ ਕਰਦਾ। ਪਰ ਕਿਸੇ ਦੇ ਧਰਮ 'ਤੇ ਜਾਂ ਕਿਸੇ ਦੀ ਪਛਾਣ ਦੇ ਉੱਤੇ ਜੇ ਇੱਦਾਂ ਦਾ ਮੰਦਭੰਗੀ ਜਿਹੜੀ ਗੱਲ ਆ ਉਹ ਕਰਨੀ ਮਾੜੀ ਆ। ਇਹਦੀ ਜੋ ਵੀ ਫੋਨ ਕਾਲ ਕੀਤੀ ਕਿਸੇ ਨੇ ਜਾਂ ਜੋ ਵੀ ਹੋਇਆ ਇੰਸੀਡੈਂਟ ਓਟਵਾ ਪਾਰਲੀਮੈਂਟ 'ਚ, ਉਹਦਾ ਪੂਰਾ ਜੋ ਵੀ ਹੈਗੀ ਤਹਿਕੀਕਾਤ ਕੀਤੀ ਜਾਵੇ। ਰੈਲੀ ਦੇ ਪ੍ਰਬੰਧਕ ਮਨਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਉਸ ਨੂੰ ਦੱਸਿਆ ਕਿ ਉਹਨਾਂ ਦੇ ਕੋਲ ਭਰੋਸੇਯੋਗ ਜਾਣਕਾਰੀ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਪਾਰਲੀਮੈਂਟ ਹਿੱਲ ਉੱਤੇ ਬੰਬ ਦੀ ਧਮਕੀ ਦੇ ਨਾਲ ਜੁੜੀ ਹੋਈ ਸੀ। ਰੈਲੀ ਦੇ ਇੱਕ ਹੋਰ ਆਯੋਜਕ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਓਟਵਾ ਪੁਲਿਸ ਨੇ ਥੋੜੀ ਦੇਰ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ, ਜਿਸ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹਨਾਂ ਦੇ ਨਾਮ ਹੇਠ ਸੰਸਦ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਉਸ ਦਾ ਕਹਿਣਾ ਹੈ ਕਿ ਥੋੜੇ ਸਮੇਂ ਲਈ ਹਿਰਾਸਤ ਦੇ ਵਿੱਚ ਰਹਿਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਰਿਹਾ ਕਰ ਦਿੱਤਾ ਤੇ ਮੁਆਫੀ ਮੰਗੀ ਤੇ ਉਹਨਾਂ ਨੇ ਗਲਤ ਜਾਣਕਾਰੀ ਦੇ ਆਧਾਰ ਉੱਤੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਦੋਵੇਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਵਿਸਫੋਟਕਾਂ ਦੀ ਧਮਕੀ ਦੇ ਸੰਬੰਧ ਦੇ ਵਿੱਚ ਗ੍ਰਿਫਤਾਰ ਕੀਤੇ ਜਾਣ ਦੇ ਨਤੀਜੇ ਵਜੋਂ ਉਹਨਾਂ ਦੀ ਸਾਖ ਨੂੰ ਹੋਏ ਨੁਕਸਾਨ ਨੂੰ ਲੈ ਕੇ ਚਿੰਤਤ ਹਨ। ਓਟਵਾ ਪੁਲਿਸ ਨੇ ਇਸ ਘਟਨਾ ਅਤੇ ਵਿਅਕਤੀਆਂ ਦੇ ਰਿਕਾਰਡ ਬਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਤੇ ਸਿਰਫ ਇਹੀ ਕਿਹਾ ਕਿ ਮਾਮਲੇ ਦੀ ਜਾਂਚ ਹੁਣ ਪੂਰੀ ਹੋ ਗਈ ਹੈ ਅਤੇ ਕੋਈ ਦੋਸ਼ ਨਹੀਂ ਲਗਾਏ ਗਏ ਹਨ। ਫੈਡਰਲ NDP ਲੀਡਰ ਜਗਮੀਤ ਸਿੰਘ ਨੇ ਇਸ ਮਾਮਲੇ ਸੰਬੰਧੀ ਬੋਲਦਿਆਂ ਕਿਹਾ ਕਿ ਓਟਵਾ ਪੁਲਿਸ ਨੇ ਗੈਰ ਜ਼ਿੰਮੇਵਾਰੀ ਦੇ ਨਾਲ ਰਿਐਕਟ ਕੀਤਾ ਤੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਦੀ ਇੰਡੀਪੈਂਡੈਂਟ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। Two things. One, what information was relied upon? Why was it that 2 Sikh men with no antecedents, no evidence of any sort of threat to Canadians
were treated with such severity, arrested, handcuffed, strip searched, clothing removed. That's what happened based on what evidence? A hoax call. And then in contrast to that, we had an occupation where folks showed up here and harassed and intimidated and threatened and ruined the lives of Ottawa residents for months. That response was a complete underwhelming response on the part of the police, and this is an overreaction based on what? And so we want to know what evidence was used. The person that called in that hoax, are they being charged? That's a criminal offense, it's a mischief offense to make a fake claim of someone being a threat, causing police resources to be used, causing people to be worried about their safety, worried about their lives. So this is something very serious. We want to understand why that happened, what steps were taken to get to that point, and why the police reacted in that way. And I'll be very clear, the Ottawa police overreacted in a very irresponsible way. ਇਸ ਦੇ ਨਾਲ ਹੀ ਫੈਡਰਲ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਟਿਮ ਉਪਲ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਲਿਸ ਕਿਸ ਕਿਸਮ ਦੀ ਜਾਣਕਾਰੀ ਉੱਤੇ ਵਿਸ਼ਵਾਸ ਕਰ ਰਹੀ ਹੈ। I'm very disappointed that they had to go through that. I'm more curious about where did this information come from? Was the information considered to be more credible because of who it was or what they looked like? I think these are some questions that need to be answered. And if that falls onto Ottawa Police, then I think they need to seriously, fully look into this. I think it sets a dangerous precedent for the future as well. And also, what type of information are we believing? If you start to believe everything, then the really important stuff is start going to get missed. So I think it's something that should be looked into definitely. ਸੋ ਇਨ ਫੋਕਸ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਬੀਤੇ ਸ਼ਨੀਵਾਰ ਆਟਵਾ ਪਾਰਲੀਮੈਂਟ ਹਿੱਲ ਤੇ ਚੱਲ ਰਹੇ ਸਿੱਖ ਸਮਾਗਮ ਦੇ 2 ਆਯੋਜਕਾਂ ਨੂੰ ਬੰਬ ਦੀ ਧਮਕੀ ਦੇ ਸੰਬੰਧ ਵਿੱਚ ਗ੍ਰਿਫਤਾਰ ਕਰਨ ਦੇ ਮਾਮਲੇ ਸੰਬੰਧੀ ਵਿਸਥਾਰ ਵਿੱਚ ਗੱਲਬਾਤ ਲਈ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਸਪੋਕਸਪਰਸਨ ਬਲਪ੍ਰੀਤ ਸਿੰਘ। ਸਤਿ ਸ਼੍ਰੀ ਅਕਾਲ ਬਲਪ੍ਰੀਤ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਡੀਸੀ ਪੰਜਾਬੀ ਤੇ। ਹਾਂਜੀ, ਧੰਨਵਾਦ ਜੀ। ਬਲਪ੍ਰੀਤ ਜੀ, ਇਸ ਪੂਰੇ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਹਾਂਜੀ, ਇਹ ਬੜੀ ਗੰਭੀਰਤਾ ਨਾਲ ਅਸੀਂ ਦੇਖ ਰਹੇ ਹਾਂ ਕਿਉਂਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇੱਕ ਜੋ 1984 ਦੀ ਜਿਹੜੀ ਕਮੈਮੋਰੇਸ਼ਨ ਸੀਗੀ ਉਸ ਨੂੰ ਖਰਾਬ ਕਰਨ ਵਾਸਤੇ, ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਸੋ ਇੱਕ ਟਿਪ CBSA ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦਿੱਤੀ ਜਾਂਦੀ ਹੈ ਜਿਸ ਵਿੱਚ 2 ਆਰਗੇਨਾਈਜ਼ਰਸ ਦੀਆਂ ਫੋਟੋਆਂ, ਉਹਨਾਂ ਦੇ ਨਾਂ, ਉਹਨਾਂ ਦੇ ਲਾਇਸੈਂਸ ਪਲੇਟ, ਕਾਰ ਦੀ ਡਿਸਕ੍ਰਿਪਸ਼ਨ, ਸਾਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਤੇ ਇੱਕ ਬੰਬ ਥ੍ਰੈਟ ਕਿਹਾ ਜਾਂਦਾ ਹੈ। ਤੇ ਇਸ ਇਵੈਂਟ ਨੂੰ ਪਾਰਲੀਮੈਂਟ ਤੋਂ ਸ਼ਿਫਟ ਕਰਕੇ ਸੁਪਰੀਮ ਕੋਰਟ ਦੇ ਸਾਹਮਣੇ ਲੈ ਕੇ ਜਾਇਆ ਜਾਂਦਾ ਹੈ ਤੇ ਜਿਹੜੇ 2 ਆਰਗੇਨਾਈਜ਼ਰਸ ਨੇ ਉੱਥੇ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ। ਸੋ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਦੇ ਕਾਰ ਲਾਹੇ ਜਾਂਦੇ ਨੇ, ਦਸਤਾਰ ਦੀ ਤਲਾਸ਼ੀ ਲਈ ਜਾਂਦੀ ਹੈ। ਇਹ ਬਹੁਤ ਜ਼ਿਆਦਾ ਮੈਂ ਸ਼ਰਮਨਾਕ ਇੱਕ ਘਟਨਾ ਕਹਿ ਸਕਦਾ ਹਾਂ। ਸੋ ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਜਿਹਨੇ ਵੀ ਇਹ ਸ਼ਰਾਰਤ ਕੀਤੀ ਹੈ ਉਸ ਦੀ ਸ਼ਨਾਖਤ ਕੀਤੀ ਜਾਏ ਤੇ ਉਹਨੂੰ ਪੂਰੀ ਤਰ੍ਹਾਂ ਕਾਨੂੰਨੀ ਤੌਰ ਤੇ ਸਜ਼ਾ ਦਿੱਤੀ ਜਾਵੇ। ਜੀ, ਜਿਹੜੇ ਆਰਗੇਨਾਈਜ਼ਰ ਸੀਗੇ ਮਨਵੀਰ ਸਿੰਘ ਤੇ ਪਰਮਿੰਦਰ ਸਿੰਘ, ਬੇਸ਼ੱਕ ਉਹਨਾਂ ਨੂੰ ਪੁਲਿਸ ਵੱਲੋਂ ਰਿਹਾ ਤਾਂ ਕਰ ਦਿੱਤਾ ਗਿਆ, ਮਾਫੀ ਵੀ ਮੰਗੀ ਗਈ, ਪਰ ਡੈਫੀਨੇਟਲੀ ਕਿਤੇ ਨਾ ਕਿਤੇ ਇਸ ਪੂਰੀ ਸਿਚੁਏਸ਼ਨ ਦਾ ਜਿਹੜਾ ਅਸਰ ਹੈ ਉਹਨਾਂ ਦੀ ਮੈਂਟਲ ਹੈਲਥ ਉੱਤੇ ਪਿਆ ਹੋਏਗਾ, ਉਹਨਾਂ ਦੇ ਇਨਫੈਕਟ ਪਰਿਵਾਰਕ ਮੈਂਬਰ ਉੱਤੇ ਵੀ ਇਸ ਦਾ ਪੂਰਾ ਕਾਫੀ ਅਸਰ ਪਿਆ ਹੋਏਗਾ। ਹਾਂਜੀ, ਬਿਲਕੁਲ। ਸੋ ਜਦੋਂ ਤੁਸੀਂ ਸਾਰਿਆਂ ਦੇ ਸਾਹਮਣੇ ਗ੍ਰਿਫਤਾਰ ਹੁੰਦੇ ਹੋ ਬਿਨਾਂ ਕਿਸੇ ਦੋਸ਼ ਤੋਂ, ਤੁਹਾਡੀ ਗੱਡੀ ਦੀ ਇੰਨੀ ਬਰੀਕੀ ਨਾਲ ਤਲਾਸ਼ੀ ਲਈ ਜਾਂਦੀ ਹੈ, ਨੈਸ਼ਨਲ ਨਿਊਜ਼ ਦੇ ਵਿੱਚ ਇਹ ਘੁਮਾਇਆ ਜਾਂਦਾ ਹੈ ਕਿ ਇੱਕ ਨੈਸ਼ਨਲ ਸਿਕਿਉਰਿਟੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਿੱਖ ਐਕਸਟ੍ਰੀਮਿਜ਼ਮ ਦੇ ਸੰਬੰਧ ਵਿੱਚ। ਜਿਹੜੇ 2 ਮੇਨ ਜਿਹੜੇ ਅਰੈਸਟ ਹੋਏ ਨੇ ਉਹਨਾਂ ਦੇ ਉੱਤੇ ਵੀ ਅਸਰ ਪਿਆ, ਪਰ ਸਾਰੀ ਕਮਿਊਨਿਟੀ ਦੇ ਉੱਤੇ ਅਸਰ ਪਿਆ ਕਿ ਅਸੀਂ ਪੀਸਫੁਲੀ ਆਪਣੀ 1984 ਦੀ ਕਮੈਮੋਰੇਸ਼ਨ ਵੀ ਨਹੀਂ ਕਰ ਸਕਦੇ ਕਿ ਇਹੋ ਜਿਹੀ ਸ਼ਰਾਰਤ ਕਰਕੇ ਸਾਡੇ ਇਵੈਂਟਸ ਖਰਾਬ ਕੀਤੇ ਜਾਣਗੇ। ਸੋ ਜਿਹਨੇ ਵੀ ਇਹ ਕੰਮ ਕੀਤਾ ਆ, CBSA ਨੂੰ ਇਹ ਟਿਪ ਦਿੱਤੀ ਆ, ਅਸੀਂ ਤਾਂ RCMP ਨੂੰ ਤੇ CSIS ਨੂੰ ਇਹ ਕਾਲ ਕਰਦੇ ਆ ਕਿ ਉਹ ਛੇਤੀ ਤੋਂ ਛੇਤੀ ਉਸ ਨੂੰ ਲੱਭ ਕੇ ਉਸ ਨੂੰ ਸਜ਼ਾ ਦਿੱਤੀ ਜਾਵੇ। ਜੀ ਬਲਪ੍ਰੀਤ ਜੀ, ਤੁਸੀਂ ਹਮੇਸ਼ਾ ਹੀ ਸਿੱਖਾਂ ਦੇ ਮੁੱਦਿਆਂ ਦੀ ਪੈਰਵੀ ਕਰਦੇ ਆਏ ਹੋ, ਇਸ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਅੱਗੇ ਲੈ ਕੇ ਜਾਓਗੇ? ਸੋ ਅਸੀਂ ਆਰਗੇਨਾਈਜ਼ਰਸ ਦੇ ਨਾਲ ਇਨ ਕੰਟੈਕਟ ਹੈਗੇ ਆ। ਇਸ ਟਾਈਮ ਤੇ ਪੁਲਿਸ ਨੇ ਇਹ ਕਿਹਾ, ਆਟਵਾ ਪੁਲਿਸ ਨੇ, ਕਿ ਅਸੀਂ ਸਿੱਖ ਕਮਿਊਨਿਟੀ ਦੇ ਨਾਲ ਸੰਪਰਕ ਕਰਕੇ ਸਾਰੀ ਘਟਨਾਕ੍ਰਮ ਦਾ ਅਸੀਂ ਜਾਂਚ ਕਰਾਂਗੇ, ਰਿਵਿਊ ਕਰਾਂਗੇ।
ਬਟ ਇੱਕ ਸਿਰਫ ਮਾਫੀ ਮੰਗਣ ਨਾਲ ਨਹੀਂ ਇਹ ਗੱਲ ਪੂਰੀ ਹੋਣੀ। ਹੁਣ ਅੱਗੇ ਤੋਂ ਸਾਨੂੰ ਇਹ ਰੀਅਸ਼ੋਰੈਂਸ ਚਾਹੀਦੀ ਆ ਕਿ ਇਹੋ ਜਿਹੀ ਜਿਹੜੀ ਟਿਪ ਹੈਗੀ ਆ ਕਿ ਇਸ ਦੇ ਉੱਤੇ ਸਿੱਖ ਕਮਿਊਨਿਟੀ ਨੂੰ ਬਦਨਾਮ ਨਾ ਕੀਤਾ ਜਾਵੇ ਤੇ ਅੱਗੇ ਵਾਸਤੇ ਤੁਸੀਂ ਕੀ ਡਿਫਰੈਂਟ ਕਰੋਗੇ, ਕਿਉਂਕਿ ਇਹ ਸਾਰੀ ਸਿੱਖ ਕਮਿਊਨਿਟੀ ਦੀ ਬਦਨਾਮੀ ਦਾ ਇੱਕ ਸੋਰਸ ਬਣਦਾ ਹੈ ਜਦੋਂ ਤੁਸੀਂ ਬਿਨਾਂ ਕਿਸੇ ਵਜ੍ਹਾ ਤੋਂ, ਬਿਨਾਂ ਕਿਸੇ ਬੁਨਿਆਦ ਤੋਂ ਸਿੱਖ ਐਕਸਟ੍ਰੀਮਿਜ਼ਮ ਦਾ ਨਾਂ ਲੈ ਕੇ ਸਾਡੇ ਇਵੈਂਟਸ ਦੇ ਵਿੱਚ ਤੁਸੀਂ ਦਖਲਅੰਦਾਜ਼ੀ ਕਰਦੇ ਹੋ, ਖਰਾਬ ਕਰਦੇ। ਜੀ ਜਿਹੜੇ ਫੈਡਰਲ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਹੈਗੇ ਨੇ ਟਿਮ ਉਪਲ, ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ, ਕਿਸ ਤਰ੍ਹਾਂ ਦੀ ਜਾਣਕਾਰੀ ਦੇ ਵਿੱਚ ਪੁਲਿਸ ਬਿਲੀਵ ਕਰ ਰਹੀ ਹੈ। ਇਨਫੈਕਟ ਜਿਹੜੇ ਫੈਡਰਲ NDP ਲੀਡਰ ਨੇ ਜਗਮੀਤ ਸਿੰਘ, ਉਹਨਾਂ ਨੇ ਵੀ ਕਿਹਾ ਹੈ ਕਿ ਆਟਵਾ ਪੁਲਿਸ ਨੇ ਬੜੇ ਹੀ ਇਰਰਿਸਪੌਂਸਿਬਲ ਵੇ ਦੇ ਵਿੱਚ ਓਵਰ ਰਿਐਕਟ ਕੀਤਾ ਹੈ ਐਂਡ ਉਹਨਾਂ ਨੇ ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦੀ ਵੀ ਮੰਗ ਕੀਤੀ ਹੈ। ਤੁਹਾਨੂੰ ਲੱਗਦਾ ਹੈ ਕਿ ਪੁਲਿਸ ਵੱਲੋਂ ਇਸ ਸੰਬੰਧੀ ਇੱਕ ਇੰਡੀਪੈਂਡੈਂਟ ਜਾਂਚ ਜਿਹੜੀ ਹੈ ਉਹ ਕੀਤੀ ਜਾਏਗੀ? ਨਹੀਂ, ਬਿਲਕੁਲ ਜਾਂਚ ਹੋਣੀ ਚਾਹੀਦੀ ਆ। ਇਹ ਕੋਈ ਲੌਜਿਕ ਹੀ ਨਹੀਂ ਬਣਦਾ ਕਿ ਦੇਖੋ ਪਾਰਲੀਮੈਂਟ ਖਾਲੀ ਹੁੰਦੀ ਹੈ ਵੀਕਐਂਡ ਦੇ ਉੱਤੇ, ਸੈਟਰਡੇ ਨੂੰ ਇਹ ਇਵੈਂਟ ਹੁੰਦਾ ਹੈ, ਕਿ ਦੱਸੋ ਉਹਨਾਂ ਨੇ ਆਪਣੇ ਵਹੀਕਲਸ ਲੈ ਕੇ ਆਪਣੇ ਇਵੈਂਟ ਨੂੰ ਹੀ ਬੌਂਬ ਕਰਨਾ ਸੀਗਾ? ਕੋਈ ਸੈਂਸ ਬਣਦੀ ਹੈ? ਤੇ ਪੁਲਿਸ ਨੇ ਜੋ ਓਵਰ ਰਿਐਕਸ਼ਨ ਕੀਤੀ ਆ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਸਾਰਾ ਪਾਰਲੀਮੈਂਟ ਹਿੱਲ ਨੂੰ ਬੰਦ ਕੀਤਾ, ਜਿਹੜੇ ਆਲੇ ਦੁਆਲੇ ਬਲਾਕ ਨੇ ਉਹ ਬੰਦ ਕੀਤੇ, ਤੇ ਫਿਰ ਆਰਗੇਨਾਈਜ਼ਰਸ ਨੂੰ ਅਰੈਸਟ ਕੀਤਾ, ਕਿ ਉਹਨਾਂ ਨੂੰ ਵੀ ਥੋੜੀ ਜਿਹੀ ਕ੍ਰਿਟੀਕਲ ਥਿੰਕਿੰਗ ਦਿਖਾਣੀ ਚਾਹੀਦੀ ਸੀ। ਮੈਂ ਮੰਨਦਾ ਇਹ ਥ੍ਰੈਟ ਬਹੁਤ ਵੱਡੀ ਸੀ, ਬਟ ਮੈਨੂੰ ਇਸ ਤਰ੍ਹਾਂ ਵੀ ਲੱਗ ਰਿਹਾ ਆ ਕਿ ਉਹਨਾਂ ਦੇ ਮਨਾਂ ਦੇ ਵਿੱਚ ਸੋ ਕਾਲਡ ਸਿੱਖ ਐਕਸਟ੍ਰੀਮਿਜ਼ਮ ਦਾ ਜਿਹੜਾ ਬੀਜ ਹੈਗਾ ਆ ਉਹ ਹਲੇ ਹੈਗਾ ਆ, ਕਿਉਂਕਿ ਉਹਨਾਂ ਨੇ ਬੜੀ ਈਜ਼ੀਲੀ ਇਸ ਸਟੈਪ ਨੂੰ ਐਕਸੈਪਟ ਕੀਤਾ, ਤੇ ਕ੍ਰਿਟੀਕਲ ਥਿੰਕਿੰਗ ਜਿਹੜੀ ਹੋਣੀ ਚਾਹੀਦੀ ਸੀ ਮੈਨੂੰ ਲੱਗਦਾ ਸ਼ਾਇਦ ਨਹੀਂ ਹੋਈ। ਜੀ, ਤੁਹਾਨੂੰ ਕਿੰਨਾ ਵਿਸ਼ਵਾਸ ਹੈਗਾ ਕਿ ਕਿੰਨੀ ਤਹਿ ਤੱਕ ਇਸ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾਏਗੀ? ਸੋ ਅਸੀਂ ਤਾਂ ਚਾਹੁੰਦੇ ਹਾਂ ਛੇਤੀ ਤੋਂ ਛੇਤੀ ਇਸ ਪੂਰੇ ਮਸਲੇ ਨੂੰ ਰਿਜ਼ੋਲਵ ਕੀਤਾ ਜਾਵੇ। ਜਿਹਨੇ ਇਹ ਸ਼ਰਾਰਤ ਕੀਤੀ ਹੈ ਉਹਨੂੰ ਲੱਭਣਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਜੇ ਨਾ ਲੱਭਿਆ ਗਿਆ ਤਾਂ ਕਮਿਊਨਿਟੀ ਦੇ ਵਿੱਚ ਤਰ੍ਹਾਂ ਦੀਆਂ ਜਿਹੜੇ ਰੂਮਰਸ ਹੈਗੇ ਨੇ ਉਹ ਪੈਦਾ ਹੋ ਰਹੇ ਨੇ, ਬੜੇ ਸ਼ੱਕ ਜ਼ਾਹਰ ਕੀਤੇ ਜਾ ਰਹੇ ਨੇ ਕਿ ਫਲਾਣੇ ਨੇ ਕੀਤਾ ਹੋ ਸਕਦਾ, ਫਲਾਣੇ ਨੇ ਕੀਤਾ ਜਾ ਸਕਦਾ, ਕਰ ਸਕਦਾ ਹੈ। ਬਟ ਇਹ ਜ਼ਰੂਰੀ ਆ, ਸਾਡੀ ਨੈਸ਼ਨਲ ਸਿਕਿਉਰਿਟੀ ਵਾਸਤੇ ਵੀ ਜ਼ਰੂਰੀ ਹੈ ਤੇ ਸਾਡੀ ਕਮਿਊਨਿਟੀ ਵਾਸਤੇ ਵੀ ਜ਼ਰੂਰੀ ਹੈ ਕਿ ਪੂਰੀ ਪੜਤਾਲ ਜਿਹੜੀ ਹੈ ਛੇਤੀ ਤੋਂ ਛੇਤੀ ਮੁਕੰਮਲ ਕੀਤੀ ਜਾਵੇ। ਜੀ ਬਲਪ੍ਰੀਤ ਜੀ, ਅਸੀਂ ਦੇਖਿਆ ਕਿ ਕੈਨੇਡਾ ਵੱਲੋਂ ਸਿੱਖਾਂ ਨੂੰ ਇੱਥੇ ਇੱਕ ਵੱਖਰੀ ਪਹਿਚਾਣ ਦਿੱਤੀ ਗਈ ਹੈ, ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਕਈ ਮੁੱਦੇ ਅਜਿਹੇ, ਕਈ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਨੇ। ਸੋ ਹੁਣ ਤੁਹਾਡੇ ਵੱਲੋਂ ਅਗਲੇ ਸਟੈਪਸ ਕੀ ਹੋਣਗੇ ਤਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ? ਦੇਖੋ ਜੀ, ਇੱਕ ਤਾਂ ਮੈਂ ਬੜਾ ਖੁਸ਼ ਹਾਂ ਕਿ MPs ਨੇ ਇਸ ਮੁੱਦੇ ਦੇ ਉੱਤੇ ਆਪਣੇ ਬਿਆਨ ਦਿੱਤੇ ਨੇ, ਇਹ ਬੜੀ ਖੁਸ਼ੀ ਦੀ ਗੱਲ ਹੈ। ਬਟ ਜੇ ਆਪਾਂ ਓਵਰਆਲ ਦੇਖਦੇ ਹਾਂ, ਸਿੱਖਾਂ ਦੇ ਮੁੱਦੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ ਕੈਨੇਡਾ ਦੇ ਵਿੱਚ। ਹਾਂ, ਅਸੀਂ ਇਸ ਨੂੰ ਇੱਕ ਬੈਸਟ ਕੰਟਰੀ ਮੰਨਦੇ ਹਾਂ, ਇੱਥੇ ਸਾਡੀ ਕਮਿਊਨਿਟੀ ਬਹੁਤ ਹੁਮਾ ਕੇ ਆ ਰਹੀ ਆ, ਬਟ ਇੱਥੇ ਜਿਹੜੇ ਮੁੱਦੇ ਨੇ ਉਹ ਕੋਈ ਥੋੜੇ ਨਹੀਂ ਹੈਗੇ। ਸੋ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਅਫਗਾਨਿਸਤਾਨ ਦੇ ਸਿੱਖਾਂ ਦਾ ਮੁੱਦਾ ਅਸੀਂ ਬਹੁਤ ਚਿਰ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਫਗਾਨਿਸਤਾਨ ਦੇ ਸਿੱਖ ਇੱਥੇ ਆ ਸਕਣ। 7 ਸਾਲਾਂ ਬਾਅਦ ਥੋੜੇ ਬਹੁਤੇ ਇੱਥੇ ਪਹੁੰਚੇ ਨੇ, ਪਰ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਯੂਕਰੇਨ ਦੇ ਐਗਜ਼ਾਮਪਲ ਨਾਲ, ਯੂਕਰੇਨ ਦੇ ਤਾਂ ਰੈਫਿਊਜੀ ਹਫ਼ਤਿਆਂ ਦੇ ਵਿੱਚ ਹੀ ਇੱਥੇ ਪਹੁੰਚ ਗਿਆ ਸੀ, ਆਪਣੇ ਚਾਰਟਰਡ ਪਲੇਨਸ ਉੱਥੇ ਭੇਜ ਕੇ ਉਹਨਾਂ ਨੂੰ ਇੱਥੇ ਬੁਲਾਇਆ। ਇੱਕ ਮੁੱਦਾ ਇਹ ਵਰਕ ਪਲੇਸਿਸ ਦੇ ਉੱਤੇ ਅਕੋਮੋਡੇਸ਼ਨ, ਸੋ ਹਾਰਡ ਹੈਟ ਦਾ ਮੁੱਦਾ ਉਹ ਰਿਜ਼ੋਲਵ ਨਹੀਂ ਹੋਇਆ। ਜੋ N95 ਦੀ ਫਿਟਿੰਗ ਹੁੰਦੀ ਆ, ਉਹ ਕਹਿੰਦੇ ਨੇ ਬੀਅਰਡ ਤੁਹਾਨੂੰ ਸ਼ੇਵ ਕਰਨੀ ਪਊਗੀ। ਸਾਨੂੰ ਪਤਾ ਹੈ ਕਿ RCMP ਆਫਸਰ ਜਿਹੜੇ ਸਿੱਖ ਸੀਗੇ 6 ਮਹੀਨੇ ਉਹਨਾਂ ਨੂੰ ਲਾਈਨ ਡਿਊਟੀ ਤੇ ਬਿਠਾਇਆ ਗਿਆ ਬਿਨਾਂ ਕਿਸੇ ਵਜ੍ਹਾ ਤੋਂ, ਕਹਿੰਦੇ ਤੁਸੀਂ ਕਲੀਨ ਸ਼ੇਵ ਹੋ ਜਾਓ। ਉਹ ਵੀ ਮੁੱਦਾ ਜਿਹੜਾ ਹੈਗਾ ਉਹ ਰਿਜ਼ੋਲਵ ਨਹੀਂ ਹੋਇਆ। ਹਾਲਾਂਕਿ ਇੰਗਲੈਂਡ ਵਿੱਚ ਉਹ ਸਿੰਘ ਢਾਠਾ ਮੈਥਡ ਵਗੈਰਾ ਉਹ ਮੈਥਡ ਸਾਇੰਟੀਫਿਕਲੀ ਪ੍ਰੂਵ ਹੋਏ ਨੇ, ਪਰ ਕੈਨੇਡਾ ਦੇ ਵਿੱਚ ਉਸ ਦੀ ਕੋਈ ਮਤਲਬ ਸਟੱਡੀ ਨਹੀਂ ਹੋ ਰਹੀ। ਹੋਰ ਬੜੇ ਮੁੱਦੇ ਹੈਗੇ ਨੇ, ਬਟ ਮੈਂ ਹੀ ਕਹੂੰਗਾ ਸਾਡੀ ਕਮਿਊਨਿਟੀ ਦਾ ਵੀ ਫਰਜ਼ ਬਣਦਾ ਹੈ ਕਿ ਜਿਹੜੇ ਸਾਡੇ MP ਨੇ ਉਹਨਾਂ ਨਾਲ ਸੰਪਰਕ ਕਰਨ, ਉਹਨਾਂ ਨੂੰ ਪੁੱਛਣ ਕਿ ਤੁਸੀਂ ਇਸ ਸਿੱਖ ਮੁੱਦਿਆਂ ਦੇ ਉੱਤੇ ਕੀ ਕੰਮ ਕਰ ਰਹੇ ਹੋ। ਜਿੰਨਾ ਚਿਰ ਤੱਕ ਅਸੀਂ ਉਹਨਾਂ ਨੂੰ ਜਵਾਬਦੇਹ ਨਹੀਂ ਬਣਾਉਂਦੇ ਤਾਂ ਮੈਨੂੰ ਲੱਗਦਾ ਨਹੀਂ ਸਾਡੀ ਇੱਥੇ ਪ੍ਰੋਗਰੈਸ ਹੋਣੀ। ਜੀ ਬਲਪ੍ਰੀਤ ਜੀ, ਜਾਣ ਤੋਂ ਪਹਿਲਾਂ ਤੁਸੀਂ ਸਿੱਖ ਕਮਿਊਨਿਟੀ ਨੂੰ ਤੇ ਸਰਕਾਰੀ ਅਧਿਕਾਰੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਇਹੀ ਕਹੂੰਗਾ ਕਿ ਅਸੀਂ ਆਪਣੇ ਹੱਕਾਂ ਵਾਸਤੇ ਆਲ ਦਾ ਟਾਈਮ ਵਿਜੀਲੈਂਟ ਰਹੀਏ, ਖੜੇ ਰਹੀਏ, ਕਿਉਂਕਿ ਜਦੋਂ ਅਵੇਸਲਾਪਣ ਆ ਜਾਂਦਾ ਆ ਤਾਂ ਉਦੋਂ ਫਿਰ ਪ੍ਰੋਬਲਮ ਆਉਂਦੀ ਹੈ। ਸੋ ਜੇ ਕੋਈ ਤੁਹਾਨੂੰ ਕੰਮ ਦੇ ਉੱਤੇ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਨਾਲ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਜ਼ਰੂਰ ਤੁਸੀਂ ਸਾਡੀ ਸੰਸਥਾ ਨਾਲ ਸੰਪਰਕ ਕਰੋ। ਵਰਲਡ ਸਿੱਖ ਆਰਗੇਨਾਈਜੇਸ਼ਨ worldsikh.org ਸਾਡੀ ਵੈਬਸਾਈਟ ਹੈਗੀ ਆ। ਅਸੀਂ ਤੁਹਾਡੇ ਨਾਲ ਮੋਢਾ ਢਾ ਕੇ ਅਸੀਂ ਖੜਾਂਗੇ, ਕਾਨੂੰਨੀ ਕਾਰਵਾਈ ਦੇ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ, ਪਰ ਆਪਣੇ ਹੱਕਾਂ ਵਾਸਤੇ ਖੜੇ ਹੋਣਾ ਇਹ ਬੜਾ ਜ਼ਰੂਰੀ ਹੁੰਦਾ ਹੈ। ਜੀ ਬਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਥੈਂਕ ਯੂ ਸੋ ਮਚ। ਥੈਂਕ ਯੂ।
ਸੋ ਇਨ ਫੋਕਸ ਦੇ ਵਿੱਚ ਐਸੀ ਸਾਡੀ ਖਾਸ ਪੇਸ਼ਕਸ਼। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਪਸੰਦ ਆਈ ਹੋਵੇਗੀ। ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਜਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ।